हाँ पुत्र दसो कि ਕਿਹੜਾ ਸਵਾਲ बेटा एक क्वेश्चन मेरा ये है कि ਹੌਲੀ ਹੋਰ ਅੱਗੇ ਹੋ ਜਾਓ ਤੇ ਉੱਚੀ ਬੋਲੋ ਅਸੀਂ ਪੰਜ ਪਿਆਰਿਆਂ ਕੋਲੋਂ ਸਾਨੂੰ ਸ਼ਬਦ ਮਿਲਦਾ ਹੈ। ਹਾਂ ਫੇਰ ਕਹੋ ਜੀ ਸਾਰੀ ਹਾਂਜੀ ਪੰਜ ਪਿਆਰਿਆਂ ਕੋਲੋਂ ਸਾਨੂੰ ਸ਼ਬਦ ਮਿਲਦਾ ਹੈ, ਹਾਂਜੀ ਪਰ ਅਸੀਂ ਇਸ ਵਕਤ ਜੋ ਟੌਪਿਕ ਲਿਆ ਹੈ ਉਹ ਨਾਮ ਦਾ ਹੈ। ਅੱਛਾ ਵਾਟ ਇਜ਼ ਦ ਡਿਫਰੈਂਸ ਬਿਟਵੀਨ ਸ਼ਬਦ ਐਂਡ ਨਾਮ? ਨਾਮ ਠੀਕ ਹੈ ਬਹੁਤ ਸੋਹਣਾ ਸਵਾਲ ਹੈ। ਤੇ ਪੰਜ ਪਿਆਰੇ ਜਿਹੜਾ ਸਾਨੂੰ ਸ਼ਬਦ ਦਿੰਦੇ ਹੈ, ਸ਼ਬਦ ਦੋ ਕਿਸਮ ਦੇ ਨੇ ਸਾਰੇ ਗੁਰੂ ਗ੍ਰੰਥ ਸਾਹਿਬ 'ਚ। ਇੱਕ ਤੇ ਜਿੰਨੇ ਸ਼ਬਦ ਹੈ, ਜਿੰਨੀ ਬਾਣੀ ਆ ਉਹ ਗਿਆਨ ਦੇ, ਉਹਦੇ 'ਚ ਗਿਆਨ ਕਲਾ ਹੈ। ਜਿਹੜੀ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਉਹਦੇ ਵਿੱਚ ਗਿਆਨ ਹੈ, ਕਿਉਂਕਿ ਬਾਬੇ ਨਾਨਕ ਨੇ ਕਹਿਤਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲਓ, ਸਾਰਾ ਗਿਆਨ। ਇੱਕ ਸ਼ਬਦ ਸਾਰੀ ਜਿੰਨੀ ਬਾਣੀ ਹੈ ਗਿਆਨ ਦੇਗੀ ਸਾਨੂੰ, ਔਰ ਉੱਥੋਂ ਬਾਅਦ ਗਿਆਨ ਵੀ ਐਸਾ ਦੇਗੀ ਵੀ ਐਸਾ ਗਿਆਨ ਜਪੋ ਮਨ ਮੇਰੇ ਬਾਬੇ ਨਾਨਕ ਦੇ ਲਈ। ਗਿਆਨ ਕਿਹੜਾ? ਸਾਰੀ ਬਾਣੀ 'ਚ ਜੇ ਤੇ ਤੁਹਾਨੂੰ ਸਮਝ ਆਉਂਦੀ ਹੈ ਵੀ ਸਾਰੀ ਬਾਣੀ ਨਾਮ ਜਪਾਉਂਦੀ ਹੈ ਤਦ ਤੇ ਉਹ ਮੈਨੇ ਉਹਦੇ ਠੀਕ ਨੇ ਅਰਥ ਉਹਦੀ ਸਾਰੀ ਬਾਣੀ ਨਾਮ ਲਾਏਗੀ। ਇਸ ਕਰਕੇ ਸ਼ਬਦ ਦੋ ਕਿਸਮ ਦੇ ਨੇ, ਇੱਕ ਜਿਹੜਾ ਸ਼ਬਦ ਹੈ ਗਿਆਨ ਦੇਗਾ, ਔਰ ਦੂਸਰਾ ਸ਼ਬਦ ਹੈ ਜਿਹਨੂੰ ਅਸੀਂ ਜਪਣਾ ਹੈ। ਸ਼ਬਦ ਜਿਹੜਾ ਹੈ ਇੱਕ ਐਸੀ ਚੀਜ਼ ਹੈ ਕਿ ਜਿਹਨੂੰ ਗਿਆਨ ਦੇਣ ਵਾਲਾ ਜਿੰਨੇ ਸ਼ਬਦ ਨੇ ਉਹ ਤੁਸੀਂ ਸੌਖੇ ਲੱਭ ਸਕਦੇ ਹੋ, ਸਾਰੇ ਉਹਨਾਂ 'ਚੋਂ ਗਿਆਨ ਹੈ। ਲੇਕਿਨ ਗਿਆਨ ਵੀ ਉਹ ਸਾਰਾ ਅਟਕਲ ਪੱਚੂ ਨਹੀਂ ਦਿੱਤਾ ਕਿ ਸਾਰੀ ਦੁਨੀਆ ਦਾ ਜਾਂ ਹੋਰ ਗਿਆਨ ਜਿਹਨੂੰ ਅਸੀਂ ਛਤਰ ਗਿਆਨ ਕਹਿੰਦੇ ਹਾਂ ਜਾਂ ਜਿਹਨੂੰ ਚੁੰਚ ਗਿਆਨ, ਸਾਡਾ ਸਾਰੇ ਸ਼ਬਦ ਇੱਕ ਤਾਂ ਫੋਕਸ ਹੋਣਗੇ। ਜਿੰਨੇ ਵੀ ਸ਼ਬਦ ਹੈ ਉਹਨਾਂ ਦੀ ਜੇ ਸਮਝ ਆ ਜਾਏ ਵੀ ਹਾਂ ਇਹ ਤੇ ਨਾਮ ਜਪਾਉਂਦੇ ਨੇ, ਉਹ ਤੇ ਸਮਝ ਠੀਕ ਹੈ। ਕਿਉਂਕਿ ਜਿਹੜੇ ਸਾਡਾ ਗਿਆਨ ਹੈ ਜਿੰਨਾ ਵੀ ਬਾਣੀ ਦਾ, ਉਹ ਡਾਈਵਰਜੈਂਟ ਨਹੀਂ ਹੈ ਕਿ ਬਾਣੀ ਆ ਵੀ ਕਹਿੰਦੀ ਆ ਵੀ ਕਹਿੰਦੀ। ਜੋ ਬਾਣੀ ਨੇ ਇੱਕ ਥਾਂ ਕਹਿ ਦਿੱਤਾ ਉਹ ਸਾਰੇ ਉੱਦਾਂ ਹੀ ਚੱਲੂ। ਜੇ ਸਾਨੂੰ ਸਮਝ ਨਹੀਂ ਆ ਰਹੀ ਤੇ ਸਾਡਾ ਆਪਣਾ ਹੱਲ ਹੀ ਡਾਈਵਰਜੈਂਟ ਹੈ ਵੀ ਸਾਰੀਆਂ ਖਿਲਰਦੀਆਂ ਲਾਈਨਾਂ ਤਿੰਨ ਹੁੰਦੀਆਂ, ਖਿਲਰਦੀਆਂ ਜਾਂਦੀਆਂ। ਇੱਕ ਪੈਰਲਲ ਲਾਈਨਸ ਹੁੰਦੀਆਂ, ਇੱਕ ਲਾਈਨਸ ਹੁੰਦੀਆਂ ਜਿਹੜੀਆਂ ਫੋਕਸ ਇੱਕ ਪੁਆਇੰਟ 'ਤੇ ਹੋ ਜਾਣ, ਡਾਈਵਰਜੈਂਟ ਐਨ ਇੱਕ ਪੁਆਇੰਟ 'ਤੇ। ਸਾਡਾ ਗਿਆਨ ਡਾਈਵਰਜੈਂਟ ਤੇ ਹੈ ਨਹੀਂ, ਕਿਉਂਕਿ ਜਿਹੜੀ ਕਹਿ ਦਿੰਦੇ ਨੇ ਜੀ ਹਾਂ ਬਾਣੀ ਦਾ ਇਹ ਵੀ ਮੈਨੀ ਆ ਮੈਨੇ ਨਹੀਂ। ਬਾਣੀ ਦਾ ਇੱਕੋ ਮਤਲਬ ਦੱਸੇਗੀ, ਸਿਰਫ ਸਾਡੀ ਸਮਝ ਜਾਂ ਖੋਜ ਘੱਟ ਹੈ ਹਾਲੀ ਬਾਣੀ ਦੀ। ਤੇ ਇਸ ਕਰਕੇ ਜਿਹੜਾ ਸ਼ਬਦ ਦਾ ਗਿਆਨ ਹੈ ਉਹ ਡਾਈਵਰਜੈਂਟ ਨਹੀਂ ਹੈ, ਉਹ ਕਨਵਰਜੈਂਟ ਇੱਕ ਪੁਆਇੰਟ ਦੇ ਉੱਤੇ ਐਨ ਇੱਕੋ ਪੁਆਇੰਟ 'ਤੇ ਆਏਗਾ ਕਿ ਨਾਮ ਜਪੋ। ਜਿਹੜਾ ਪੈਰਲਲ ਲਾਈਨਸ ਹੈ, ਪੈਰਲਲ ਰੇਲਵੇ ਲਾਈਨਸ ਵਾਂਗੂ ਉਹ ਕਦੀ ਆਪਸ 'ਚ ਮਿਲਣਗੀਆਂ ਨੇ, ਰਹਿਣਗੀਆਂ ਲਾਗੇ ਲਾਗੇ। ਇਹ ਤਾਂ ਕਈ ਲਾਈਨਾਂ ਐਸੀਆਂ ਹੁੰਦੀਆਂ ਕਈਆਂ ਦੀ ਸਮਝ ਜਾਂ ਸਾਡੀ ਸਾਰਿਆਂ ਦੀ ਵੀ ਲਾਗੇ ਲਾਗੇ ਰਹਿਣਾ, ਲੇਕਿਨ ਨਾਮ ਜਪਣ ਦੇ ਉੱਤੇ ਫੋਕਸ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਹੱਡੀ ਇੰਨੀ ਸਟੱਡੀ ਨਹੀਂ ਹੁੰਦੀ ਬਾਣੀ ਦੀ। ਨਾ ਇਹ ਖਿਲਰਦੀਆਂ ਲਾਈਨਾਂ, ਨਾ ਇਹ ਪੈਰਲਲ ਲਾਈਨਸ ਹੈ ਜਿਹੜੀਆਂ ਕਦੀ ਨਾ ਮਿਲ। ਇਹ ਕਨਵਰਜੈਂਟ ਲਾਈਨ ਹੈ, ਇੱਕ ਪੁਆਇੰਟ 'ਤੇ ਆਉਂਦੀ। ਇਸੇ ਕਰਕੇ ਗੁਰੂ ਬਾਬੇ ਨਾਨਕ ਨੇ ਆਪਣੀ ਰਾਹ ਉਹਦੀ ਤੁਕ ਦਿੱਤੀ ਵੀ ਮੈਂ ਕਿਹੜਾ ਗਿਆਨ ਲਵਾਂ। ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਘੇਰੇ। ਗਿਆਨ ਜਿਹੜਾ ਹੈ ਇਹ ਸ਼ਬਦ ਦੇਗਾ। ਸ਼ਬਦ ਦਾ ਕੰਮ ਹੈ ਗਿਆਨ ਦੇਣਾ, ਔਰ ਜਿਹੜਾ ਗਿਆਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਉਹ ਸਾਂਭਣਾ। ਸਿਰਫ ਜਿਹੜੇ ਵਿੱਚ ਗੁਰੂਆਂ ਦਾ ਭਗਤਾਂ ਦਾ ਗਿਆਨ ਹੈ, ਸਿੱਖਾਂ ਦੀ ਬਾਣੀ ਵੀ ਹੈ, ਲੇਕਿਨ ਹਰ ਇੱਕ ਦਾ ਲੈਵਲ ਆਪਣਾ ਆਪਣਾ ਹੈ। ਤੋ ਗਿਆਨ ਜਿਹੜਾ ਦੇਣਾ ਉਹ ਸ਼ਬਦ ਕਿਉਂ ਲਿਖਿਆ ਗੁਰੂ ਮਹਾਰਾਜ ਨੇ ਸਭ ਤੋਂ ਜ਼ਿਆਦਾ? ਸਾਡੀ ਬਾਣੀ 'ਚ ਸ਼ਬਦ ਆਏਗਾ, ਬਾਕੀ ਵੀ ਆਏਗਾ, ਗੁਰਮੰਤਰ ਵੀ ਆਇਆ ਹੈ, ਮੰਤਰ ਵੀ ਆਇਆ ਹੈ, ਉਪਦੇਸ਼ ਹੈ, ਦੀਖਿਆ ਹੈ, ਕਈ 16 ਦੇ ਕਰੀਬ ਨਾਮ ਹੈ ਇਸ ਜਪਣ ਵਾਲੇ ਸ਼ਬਦ ਦੇ।
ਲੇਕਿਨ ਸਾਰੇ ਹੀ ਪਰਮੇਸ਼ਰ ਦੇ ਨਾਮ ਹੋਣ, ਕਿਸੇ ਦੇਵਤੇ ਦਾ ਨਾਮ ਨਾ ਹੋਏ, ਗੁਰੂ ਦਾ ਨਾਮ ਨਾ ਹੋਏ, ਕਿਸੇ ਹੋਰ, ਇੱਕ ਅਕਾਲ ਪੁਰਖ ਦਾ ਨਾਮ ਸਾਰੀ ਬਾਣੀ ਜਪਾਉਂਦੀ ਹੈ। ਇਸ ਕਰਕੇ ਜਿਹੜਾ ਸ਼ਬਦ ਹੈ ਇਹ ਹੀ ਸਾਰੇ ਕੰਮ ਇਸ ਸ਼ਬਦ ਨਾਲ ਕਰਨੇ ਆ, ਜਪਣ ਵਾਲੇ ਨਾਲ, ਗਿਆਨ ਦੇਣ ਵਾਲੇ ਨਾਲ ਗਿਆਨ ਦੇਣਾ ਹੈ। ਸ਼ਬਦ ਦਾ ਪਾਠ ਕਰਦੇ ਆ, ਅਖਰੀ ਨਾਮ, ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾ। ਅੱਖਰ ਜਿਹੜੇ ਹੈ ਇਹ ਕਿਉਂਕਿ ਕੋਈ ਵੀ ਅੱਜ ਤੱਕ ਸਾਇੰਸ ਜਿਹੜੀ ਹੈ, ਸਾਇੰਸ ਕੀ ਹੈ? The sum total of human knowledge systematically arranged is called science। ਜਿੰਨੇ ਵੀ ਦੁਨੀਆ ਦਾ ਗਿਆਨ ਹੈ ਉਹ ਸਾਰਾ, ਕੋਈ ਜ਼ੂਆਲੋਜੀ, ਪੈਥੋਲੋਜੀ, ਸਾਈਕੋਲੋਜੀ, ਸਾਰਾ ਜਿੰਨੀਆਂ ਹੈ ਉਹ ਹਿੱਸਿਆਂ 'ਚ ਵੰਡਿਆ ਇਨਸਾਨ ਨੂੰ ਜੋ ਗਿਆਨ ਆਇਆ ਹੈ। ਲੇਕਿਨ ਉਹ ਸਾਰਾ ਮਟੀਰੀਅਲ ਗਿਆਨ ਹੈ, ਸਪਿਰਿਚੁਅਲ ਗਿਆਨ ਨਹੀਂ ਹੈ। ਤੋ ਜਿੰਨਾ ਗਿਆਨ ਹੈ ਉਹ ਅਰੇਂਜਡ ਹੈ। ਸਾਰਾ ਜਿਹੜਾ ਸਾਡਾ ਗਿਆਨ ਹੈ ਇਹ ਵੀ ਗੁਰੂਓਲੋਜੀ ਹੈ, ਇਹ ਵੀ ਅਰੇਂਜਡ ਹੈ ਛੰਦਾਂ 'ਚ, ਗੀਤਾਂ 'ਚ, ਸਾਰਿਆਂ 'ਚ, ਜਿੰਨਾ ਬਾਬਾ ਸਭ। ਕਿਉਂਕਿ ਗਿਆਨ ਨੂੰ, ਗਿਆਨ ਕੀ ਹੈ? ਐਸਾ ਹੈ ਜਿੱਦਾਂ ਫੁੱਲ, ਖੁਸ਼ਬੂਦਾਰ ਫੁੱਲ ਹੋਵੇ, ਉਹ ਜਿਹੜੀ ਉਹਦੇ 'ਚ ਖੁਸ਼ਬੂ ਹੁੰਦੀ ਹੈ, ਉਹ ਫੁੱਲ ਉਹਨੂੰ ਰਿਜ਼ਰਵ ਕਰਕੇ ਰੱਖਦਾ। ਅਗਰ ਉਹ ਖੁੱਲੀ ਫੁੱਲ ਨਾ ਹੋਵੇ ਉਹ ਹਵਾ 'ਚ ਰਲ ਜਾਏ। ਉਹਨੂੰ ਰਿਜ਼ਰਵ ਕਰਕੇ ਇਹਨਾਂ ਅੱਖਰਾਂ ਨਾਲ, ਪਰਮੇਸ਼ਰ ਦੇ ਬ੍ਰਹਮ ਗਿਆਨ ਨੂੰ ਇਹਨਾਂ ਅੱਖਰਾਂ ਨਾਲ ਰਿਜ਼ਰਵ ਕਰਕੇ ਰੱਖਿਆ। ਜੇ ਅੱਖਰ ਨਾ ਹੁੰਦੇ ਗਿਆਨ ਸਾਡੇ ਤੱਕ ਪਹੁੰਚ ਨਹੀਂ ਸੀ ਸਕਦਾ। ਉਹਨਾਂ ਅੱਖਰਾਂ ਨੂੰ ਹੀ ਐਡਿਟ ਕਰਕੇ ਸਾਰੇ ਸ਼ਬਦਾਂ ਦੇ ਪਿੱਛੇ ਐ ਸਿੱਕਾਬੰਦ ਕਰਤਾ। ਔਰ ਜਿਹੜਾ ਸ਼ਬਦ ਹੈ, ਸ਼ਬਦ ਨਾਮ ਨਹੀਂ ਹੈ। ਨਾਮ ਨੂੰ ਹਾਲੀ ਇੰਨੀ ਚੀਜ਼ ਸਮਝੋ ਵੀ ਨਾਮ ਐਡੀ ਵੱਡੀ ਚੀਜ਼ ਹੈ ਜਿਹਨੂੰ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਵੀ ਨਾਮ ਕੀ ਹੈ। ਲੇਕਿਨ ਨਾਮ ਇੱਕ ਐਸੀ ਚੀਜ਼ ਹੈ, ਨਾਮ ਦੇ ਵੀ ਗਾਂ ਹਿੱਸੇ ਹੈ। ਇੱਕ ਜਪਣ ਵਾਲਾ ਨਾਮ ਹੈ, ਇੱਕ ਨਾਮ ਨਾਲ ਅੰਦਰ ਆਣ ਕੇ ਪ੍ਰਕਾਸ਼ ਹੋਣਾ, ਇੱਕ ਨਾਮ ਨਾਲ ਆਨੰਦ ਦੀ ਸ਼ਬਦ ਵੱਜਣੇ, ਇੱਕ ਨਾਮ ਹੈ ਜਿਹੜਾ ਤੂੰ ਜਪਦਾ ਉਹ ਤੇਰੇ ਨਾਲ ਜਾਣਾ। ਮਤਲਬ ਕਈ ਮਹੀਨਿਆਂ 'ਚ ਨਾਮ ਆਇਆ। ਲੇਕਿਨ ਸਭ ਤੋਂ ਡਿਟੇਲ 'ਚ ਨਹੀਂ ਅਸੀਂ ਬਹੁਤਾ ਜਾਣਾ। ਤੁਹਾਡੇ ਇੱਕੋ ਹੀ ਸਵਾਲ ਹੈ ਵੀ ਪੰਜ ਪਿਆਰੇ ਜਿਹੜਾ ਸ਼ਬਦ ਦਿੰਦੇ ਹੈ, ਸ਼ਬਦ ਔਰ ਨਾਮ 'ਚ ਕੀ ਫਰਕ? ਆਪ ਜਪਜੀ ਸਾਹਿਬ ਦੀ ਤੁਕ 'ਚ ਹੀ ਕੀਤਾ ਵੀ ਅੱਖਰਾਂ 'ਚ ਹੀ ਨਾਮ ਹੈ, ਅੱਖਰਾਂ 'ਚ ਹੀ ਜਿਹੜੇ ਅਸੀਂ ਗੀਤ ਗੁਣ ਗਾਉਣੇ, ਸਾਰੀ ਸਲਾਹ ਹੈ। ਅੱਖਰ ਨਾ ਹੁੰਦੇ ਇਹ ਗਿਆਨ ਸਾਡੇ ਤੱਕ ਪਹੁੰਚ ਨਹੀਂ ਸੀ ਸਕਦਾ। ਕੁਛ ਵੇਲੇ ਦਾ ਭਗਤਾਂ ਦਾ ਕਿੱਥੇ ਤਾਂ ਸਾਰੀ ਗੁਰੂ ਮਹਾਰਾਜਾਂ ਨੇ ਜਿੰਨੇ ਭਗਤ ਸਾਡੇ ਸਾਰੇ ਹੋਏ, ਸਾਰੇ ਅਗਲੇ ਪਿਛਲੇ ਸਾਰਿਆਂ ਦਾ ਅੱਖਰਾਂ 'ਚ ਬੰਨ੍ਹ ਕੇ ਸਾਨੂੰ ਗਿਆਨ ਦੇ ਦਿੱਤਾ। ਤੋ ਅੱਖਰੀ ਨਾਮ, ਅੱਖਰ ਦੇ ਜਿਹੜੇ ਨਾਮ ਜਪਣਾ ਅਸੀਂ ਉਹਦੇ ਵੀ ਅੱਖਰ ਹੈ। ਕਿਉਂਕਿ ਜਪਣ ਕੀ ਜਪਾਂਗੇ ਅਸੀਂ? ਜੀਵ ਨਾਮ, ਮਤਲਬ ਜੇ ਨਾਮ ਜਪਣਾ ਪੈਣਾ, ਇੰਨਾ ਲਿਖਿਆ ਨਾਮ ਜਪੋ, ਅਸੀਂ ਜੀ ਮੂੰਹ ਨਾਲ ਜਪਾਂਗੇ। ਇਸ ਕਰਕੇ ਉਹਦੇ ਅੱਖਰ ਜਿਹੜੇ ਹੈ ਉਹ ਵੀ ਹੈ। ਇੰਨੇ ਨਾਮ ਦੇ ਅੱਖਰ ਹੈ ਭਈ ਵਾਹਿਗੁਰੂ ਸਾਡਾ ਹੈ, ਬਾਕੀ ਹਰੀ ਹੈ, ਓਮ ਹੈ, ਉਹ ਸੋਹੰਗ ਹੈ, ਗੋਬਿੰਦ ਹੈ, ਰਿਸ਼ੀਕੇਸ਼ ਵੀ ਹੁੰਦਾ। ਪਰਮੇਸ਼ਰ ਦੇ ਇੰਨੇ ਨਾਮ ਹੈ, ਸਾਰਿਆਂ 'ਚ ਇੱਕੋ ਜਿਹੀ ਤਾਕਤ ਹੈ। ਔਰ ਆਪਣੇ ਆਪਣੇ ਗੁਰੂ ਦਾ ਮੰਤਰ ਜਪਣਾ ਚਾਹੀਦਾ, ਕਿਉਂਕਿ ਸਾਨੂੰ ਵਾਹਿਗੁਰੂ ਮੰਤਰ ਮਿਲਦਾ ਪੰਜਾਂ ਪਿਆਰਿਆਂ ਕੋਲੋਂ। ਹੁਣ ਵਾਹਿਗੁਰੂ ਜਿਹੜਾ ਦਿੰਦੇ ਹੈ ਉਹ ਸ਼ਬਦ ਹੈ, ਨਾਮ ਨਹੀਂ ਦਿੰਦੇ, ਸ਼ਬਦ ਦਿੰਦੇ ਹੈ। ਉਹ ਸ਼ਬਦ ਦੇ ਜਪਣ ਦੇ ਨਾਲ ਰਿਪੀਟ ਕਰ ਕਰਕੇ ਭਗਤੀ ਕਰਨਾ ਉਸ ਸ਼ਬਦ ਦੇ ਉੱਤੇ, ਉਹ ਤੁਹਾਨੂੰ ਅੰਦਰ ਵੜਨਾ ਦੱਸੇਗਾ ਸਾਰਾ। ਅੰਤਰਗਤੀ ਰਾਮ ਦੇਖੋ, ਹੁਣ ਇੱਕ ਰਾਮ ਮੰਤਰ ਲਈ ਬਾਬਾ ਨਾਨਕ ਕਹਿੰਦਾ, ਆਰਾਮ ਘਰੇ ਰਹੋ ਰੇ ਮਨ ਮੁਗਦੇ ਇਆਣੇ। ਇਹ ਮੇਰੇ ਮਨ ਤੋਂ ਬਾਹਰ ਵਿਚਾਰਾਂ ਰਾਈ ਨਾ ਜਾ, ਥੋੜਾ ਜਿਹਾ ਸਿੱਖ, ਘਰ ਆਪਣੀ ਜਿਸਮ 'ਚ ਹੀ ਰਹਿਣਾ। ਘਰੇ ਰਹੋ ਰੇ ਮਨ ਮੁਗਦ ਇਆਣੇ, ਆਰਾਮ ਜਪੋ ਅੰਤਰਗਤ ਧਿਆਨੇ।
ਬਹੁਤਾ ਧਿਆਨ ਬਾਹਰ ਨਾ ਜਾਣ ਦੇ। ਲੇਕਿਨ ਇਹ ਕੰਮ ਬੜਾ ਮੁਸ਼ਕਲ ਹੈ, ਹੌਲੀ ਹੌਲੀ ਹੋਣਾ। ਲੇਕਿਨ ਜਪਣਾ ਪਹਿਲਾ ਪੌੜਾ ਹੈ। ਰਾਮ ਜਪੋ ਅੰਤਰਗਤ ਧਿਆਨੇ, ਇਹ ਗਰੀੜ ਚ ਬਾਹਰ ਜਾਏਗਾ। ਲਾਲਚ ਛੋਡੋ ਰਚੋ ਅਪਰੰਪਰੇ, ਇਉਂ ਪਾਵੋ ਮੁਕਤ ਦੁਆਰਾ। ਕਦੀ ਨਾ ਕਦੀ ਤੂੰ 10ਵੇਂ ਦੁਆਰ ਤੱਕ ਪਹੁੰਚ ਜਾਏਗਾ। ਲੇਕਿਨ ਉਹ ਜਪਣ ਵਾਲੇ ਨਾਮ ਨਾ, ਜਪਣ ਵਾਲੇ ਇਹਨੂੰ ਨਾਮ ਵੀ ਕਿਹਾ, ਸ਼ਬਦ ਵੀ ਕਿਹਾ। ਕਿਉਂਕਿ ਜੇ ਹੁਣ ਸ਼ਬਦ ਹੈ, ਬਹੁਤਾ ਤੇ ਲਿਖਿਆ ਨਾਮ ਜਪੋ ਮੇਰੀ ਗੁਰਮੁਖ ਭੈਣਾ, ਨਾਮ ਜਪੋ ਮੇਰੇ ਸਾਜਨ ਸੈਣਾ, ਨਾਮ ਜਪੋ ਨਾਮ ਜਪੋ ਨਾਮ। ਉਹ ਅਸੀਂ ਸ਼ਬਦ ਜਪਣਾ ਹੈ। ਲੇਕਿਨ ਕਿੱਥੋਂ ਕੱਢਾਂਗੇ? ਜਿਹੜੇ ਸਾਡੇ ਕੋਲ ਸ਼ਬਦ ਆ ਉਹਦੇ ਵਿੱਚ ਹੀ, ਉਹ ਵੀ ਸ਼ਬਦ ਨੇ। ਕਿਉਂਕਿ ਜਿਹੜਾ ਇਹ ਭੁਲੇਖਾ ਪੈਣਾ ਵੀ ਨਾਮ, ਅਸੀਂ ਹੁਣ ਬੜੇ ਪਿਆਰ ਦੇ ਨਾਲ ਸਾਰੇ ਸਾਡੇ ਨਾਲ ਰਲ ਰਹੇ ਨੇ, ਜਿਹੜੇ ਕਿ ਇਸ ਖੋਜਦੇ ਨੇ। ਰਾਧਾ ਸਵਾਮੀ ਹੈ, ਦੂਸਰੇ ਸਾਰੇ ਬੜੀ ਵੀਰ ਚੰਗੇ ਸਾਰੇ ਰਲ ਰਹੇ ਨੇ ਵੀ ਸਤਿਗੁਰੂ ਨਾਮ ਦਿੰਦਾ ਆਣ ਕੇ ਅੰਦਰ, ਜਿਹਦੀ ਦੇਹ ਨਹੀਂ। ਸਾਨੂੰ ਦੀਖਿਅਤ ਕਰਨ ਲਈ, ਦੀਖਿਆ ਕਰਨ ਲਈ ਗੁਰੂ ਲੈਣਾ ਪੈਂਦਾ, ਜਿਹੜਾ ਕਿ ਸਾਨੂੰ ਬੋਲ ਕੇ ਦੱਸੇ ਮੈਂ ਕੀ ਜਪਣਾ। ਜਿਹੜੀ ਗੁਰੂ ਦਾ ਕੰਮ ਹੈ, ਉਹ ਕੰਮ ਹੈ ਵੀ ਬੋਲ ਕੇ ਆਪਣੇ ਸ਼ੇਸ਼ਰ ਨੂੰ ਦੱਸ ਦੇਣਾ ਵੀ ਤੂੰ ਆ ਜਪਣਾ। ਇਸੇ ਕਰਕੇ ਦਸੇ ਦਈਆਂ ਆਈਆਂ, ਨਹੀਂ ਤੇ ਉਹਨਾਂ ਨੇ ਤੇ ਦਸੇ ਦਈਆਂ ਆਈਆਂ। ਬਾਣੀ ਜਿਹੜੀ ਆ ਉਹ ਅਕਾਲ ਪੁਰਖ ਦੀ ਉੱਤੋਂ ਆਈ ਹੈ, ਬਾਣੀ ਉਹਨਾਂ ਦੀ ਨਹੀਂ ਹੈ। ਕਿਉਂਕਿ ਸਤਿਗੁਰ ਕੀ ਬਾਣੀ ਸਤ ਸਤ ਘਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਉਹਨਾਂ ਦੇ ਥਰੂ ਸਾਨੂੰ ਇਹ ਮੈਸੇਜ ਆਏ ਹੈ, ਸ਼ਬਦਾਂ ਰਾਹੀਂ ਮੈਸੇਜ। ਉਹ ਮੈਸੇਂਜਰ ਨੇ ਸਾਰੇ ਸਾਡੇ ਗੁਰੂ। ਲੇਕਿਨ ਉਹ ਆਏ ਕਾਹਦੇ ਲਈ ਸੀ? ਉਹ ਆਏ ਸੀ ਇਹ ਗਿਆਨ ਦੇਣ ਲਈ ਤੇ ਨਾਲ ਸ਼ਬਦ ਜਪਣ ਵਾਲਾ ਦੇਣ ਲਈ। ਜਿਹੜਾ ਸ਼ਬਦ ਦਿੰਦਾ ਸੁਣਦਾ ਹੈ, ਉਹ ਗੁਰੂ ਚੇਲੇ ਨੂੰ ਬੋਲ ਕੇ ਦੱਸਦਾ ਵੀ ਤੂੰ ਆ ਜਪਣਾ। ਦੀਖਿਆ ਆਖ ਬੁਝਾਇਆ। ਮੈਂ ਬਹੁਤੀ ਡਿਟੇਲ 'ਚ ਤਾਂ ਨਹੀਂ ਜਾਂਦਾ ਕਿਉਂਕਿ ਮੈਂ ਆਪ ਉਖੜ ਜਾਂਦਾ, ਇੰਨਾ ਭਾਰਾ ਇਹ ਸਵਾਲ ਹੈ ਤੇਰਾ। ਲੇਕਿਨ ਬਹੁਤ ਸਵਾਲ ਹੈ ਕਿ ਇਹ ਬੜਾ ਸੁੰਦਰ ਸਵਾਲ ਕੀਤਾ ਤੁਸੀਂ। ਲੇਕਿਨ ਇਹਦਾ ਕਲੀਅਰ ਜਵਾਬ ਇਹ ਹੈ ਕਿ ਪੰਜ ਪਿਆਰੇ ਨਾਮ ਨਹੀਂ ਦਿੰਦੇ। ਕਿਸੇ ਦਾ ਵੀ ਗੁਰੂ ਜਿਹੜਾ ਦੇਹ 'ਚ ਹੈ ਜਾਂ ਕਰਦੇ ਆ, ਉਹ ਨਾਮ ਨਹੀਂ ਦਿੰਦਾ, ਉਹ ਸ਼ਬਦ ਹੀ ਜਪਣ ਨਹੀਂ ਦਿੰਦਾ। ਭਾਵੇਂ ਇੱਕ ਸ਼ਬਦ ਦਿੰਦਾ, ਕੋਈ 5 ਸ਼ਬਦ ਦਿੰਦੇ ਹੈ, ਕੋਈ ਪਰਮੇਸ਼ਰ ਦਾ ਨਾਮ ਉਹ ਦਿੰਦਾ ਬਾਹਰਲਾ। ਲੇਕਿਨ ਜਿਹੜਾ ਨਾਮ ਹੈ ਉਹ ਅੰਦਰ ਆਣ ਕੇ ਸਤਿਗੁਰੂ ਜੀ ਦੀ ਦੇਹ ਨਹੀਂ ਹੈ, ਉਹਨੇ ਦੇਣਾ। ਸਤਿਗੁਰ ਪੂਰੇ ਨਾਮ ਦਿਆ, ਮਤਲਬ ਥਾਂ ਥਾਂ ਆਊਗਾ। ਉਹ ਸਤਿਗੁਰ ਐਸੀ ਪਾਵਰ ਹੈ ਜਿਹਦੀ ਦੇਹ ਨਹੀਂ ਹੈ। ਉਹ ਜੋੜਨ ਹਾਰਾ ਲਿੰਕ ਆ, ਅਸੀਂ ਦੱਸੇ ਆ ਰਹੇ ਹਾਂ ਸਾਰੇ ਵਿੱਚ। ਸਾਡਾ ਸਵਾਲ ਇਹ ਹੈ ਵੀ ਪੰਜ ਪਿਆਰੇ ਸ਼ਬਦ ਦੇ ਸਕਦੇ ਆ, ਨਾਮ ਨਹੀਂ ਦਿੰਦੇ। ਉਹ ਗੁਰਮੰਤਰ ਦਿੰਦੇ ਹੈ। ਗੁਰਮੰਤਰ ਦੇਣ ਲਈ ਹੀ ਦੇਹ ਹੁੰਦੀ ਹੈ, ਉਹਦੀ ਲੋੜ ਹੈ। ਗੁਰੂ ਅੰਗਦ ਸਾਹਿਬ ਦਾ ਸਲੋਕ, ਇਹਦੇ ਨਾਲ ਕੋਈ ਹੋਰ ਕੋਈ ਸਾਨੂੰ ਵੱਡੀ ਸਾਧੀ ਨਹੀਂ ਵੀ ਗੁਰੂ ਅੰਗਦ ਸਾਹਿਬ ਮਹੱਲਾ ਦੂਜਾ ਦੱਸਦੇ ਜੀ ਮੈਨੂੰ ਬਾਬੇ ਨਾਨਕ ਨੇ ਐਦਾਂ ਗੁਰਮੰਤਰ ਸਮਝਾਇਆ ਸੀ, ਜਾਂ ਮੈਨੂੰ ਆਹ ਜਪਣ ਲਈ ਚੀਜ਼ ਦਿੱਤੀ। ਗੁਰੂ ਅੰਗਦ ਸਾਹਿਬ ਕਹਿੰਦੇ ਦੀਖਿਆ, ਇਹਨੂੰ ਦੀਖਿਆ ਵੀ ਕਿਹਾ ਹੈ। ਸਾਡਾ ਦੀਖਿਆ ਲਫ਼ਜ਼ ਬਾਣੀ 'ਚ ਚੱਲੇਗਾ। ਲਫ਼ਜ਼ ਐਸਾ ਰਿਸ਼ੀ ਮੁਨੀ ਦਾ ਸਾਡਾ ਪੁਰਾਣ ਆ ਦਾ ਕਾਢ ਆ। ਦੀਖਿਆ ਜਿਹੜਾ ਗੁਰੂ ਸ਼ਬਦ ਦਿੰਦਾ ਤੁਹਾਨੂੰ ਜਪਣ ਲਈ। ਉਹ ਜਿਸ ਵੇਲੇ ਦੀਖਿਆ, ਉਹ ਆਪ ਕਹਿੰਦਾ ਵੀ ਮੇਰੇ ਬਾਬੇ ਨਾਨਕ ਨੇ ਮੈਨੂੰ ਦੀਖਿਆ ਆਖ ਬੁਝਾਇਆ, ਸਿਫਤੀ ਸੱਚੇ ਸਮਿਓ ਤਿਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਵ। ਇਹਨੇ ਗੁਰੂ ਨਾਨਕ ਨੇ ਹੀ ਦੀਖਿਆ ਦੇਤੀ ਮੈਨੂੰ ਹੋਰ ਕਿਸੇ ਗੁਰੂ ਲੱਭਣ ਦੀ ਲੋੜ ਨਹੀਂ। ਤੋ ਜਿਹੜਾ ਦੀਖਿਆ ਦੇਣ ਲਈ ਹੀ ਦਸਾਂ ਦਈਆਂ ਆਈਆਂ ਹੈ, ਆਉਂਦੀਆਂ ਰਹਿਣਗੀਆਂ ਸਾਰਾ। ਲੇਕਿਨ ਸਾਡਾ ਜਿਹੜਾ ਸ਼ੁਰੂ ਤੋਂ ਮਤਲਬ ਜਿਹੜੀ ਦੀਖਿਆ ਹੈ, ਇਹ ਉਹਨੂੰ ਸਮਝਾਉਣੀ ਪੈਂਦੀ ਹੈ ਸਿੱਖ ਨੂੰ। ਔਰ ਫਿਰ ਕਿੱਦਾਂ ਜਪਣੀ ਹੈ, ਉਹ ਗੁਰੂ ਦਾ ਗਿਆਨ ਨਾਲ ਹੁੰਦਾ। ਸਾਡਾ ਜਿਹੜੇ ਪੰਜ ਪਿਆਰੇ ਦੀਖਿਆ ਦਿੰਦੇ ਹੈ, ਉਹ ਸਿਰਫ ਸ਼ਬਦ ਜਪਣ ਵਾਲਾ ਸਿੱਖ ਨੂੰ ਸਿਖਾੜ ਦਿੰਦੇ ਹੈ। ਜਿਹਦੇ ਲਈ ਲਿਖਿਆ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਸਿਰਫ ਇਹ ਜਪਣ ਲਈ ਮੰਤਰ ਹੈ ਔਰ ਇੱਕ ਰਸਮ ਹੈ ਆਈ ਹੈ ਵੀ ਉਸ ਸ਼ਬਦ ਦੀ ਕਮਾਈ ਕਰ ਕਰਕੇ ਆਪਣੇ ਅੰਦਰ ਵੜੋ
ਔਰ ਸਾਰੀਆਂ ਚੀਜ਼ਾਂ ਜਿੱਦਾਂ ਬਾਣੀ ਔਰ ਕਿੱਦਾਂ ਲਈ ਜਪਣਾ, ਸਤਿਗੁਰ ਦੀ ਮੱਤ ਨਾਲ ਜਪਣਾ ਹੈ। ਸਤਿਗੁਰ ਦੀ ਮੱਤ ਸਾਰੀ ਹੀ ਬਾਣੀ ਦੇ ਸ਼ਬਦ ਨੇ। ਇਸ ਕਰਕੇ ਦੀਖਿਆ ਜਿਹੜੀ ਹੈ ਇਹੋ ਹੀ ਬਾਬੇ ਨਾ, ਹੁਣ ਮੈਂ ਰੋਜ਼ ਤੁਸੀਂ ਸ਼ਬਦ ਅਦਾਰੇ 'ਚ ਸ਼ਬਦ ਪੜ੍ਹਦੇ ਹੋ, ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ, ਘਾਟੀ ਭੀਤਰ ਸੋ ਸੌ ਤੋਲੀ ਇਨਿਬਿਧ ਚਿੱਤ ਰਹਾਵਾਂ। ਉਹ ਸ਼ੁਰੂ ਹੁੰਦਾ ਕਵਨ ਤਰਾਜੀ ਕਿਹੜੀ ਤੱਕੜੀ ਬਣਾਵਾਂ, ਕਵਨ ਤਰਾਜੀ ਕਵਨ ਤੁਲਾ ਕੀ ਭਾਰ ਪਾਵਾਂ ਮੈਂ, ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਤੋਲਾ ਜਿਹੜਾ ਤੋਲਦਾ ਤੱਕੜੀ, ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ, ਬਾਬਾ ਨਾਨਕ ਕਹਿ ਰਿਹਾ ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾਂ, ਕਵਨ ਗੁਰੂ, ਮੈਂ ਕਿਹੜਾ ਗੁਰੂ ਕਰਾਂ, ਗੁਰੂ ਦੀਖਿਆ ਨਹੀਂ ਕਰੀਦਾ, ਅੱਗੇ ਲਫ਼ਜ਼ ਆਏਗਾ ਕਵਨ ਗੁਰੂ ਕਹਿ ਪੈ ਦੀਖਿਆ ਨਹੀਂ। ਪੰਜ ਪਿਆਰੇ ਸਾਨੂੰ ਦੀਖਿਆ ਦਿੰਦੇ, ਪੰਜਾਂ 'ਚ ਵਰਤੇ ਆ। ਇਹ ਲੰਮੀ ਸਟੋਰੀ ਹੈ ਲੇਕਿਨ ਅਸੀਂ ਬਾਬੇ ਨਾਨਕ ਦੇ ਨਾਲ ਤੁਕ ਦੇ ਰਹੇ। ਕਵਨ ਤਰਾਜੀ ਕਵਨ ਤੁਲਾ ਤੇਰੇ ਕਵਨ ਸਰਾਬ ਬੁਲਾਵਾਂ, ਕਵਨ ਗੁਰੂ ਕਹਿ ਪੈ ਦੀਖਿਆ ਲੇਵਾਂ, ਕਹਿ ਪੈ ਮੁੱਲ ਕਰਾਵਾਂ। ਮੈਂ ਹੁਣ ਕਿਹੜਾ ਦੀਖਿਆ, ਹੁਣ ਗੁਰੂ ਇਸੇ ਸ਼ਬਦ 'ਚ ਗੁਰੂ ਦੱਸੇਗਾ ਮਹਾਰਾਜ ਬਾਬਾ ਨਾਨਕ। ਰਹਾਉ ਦੀ ਤੁਕ ਆਈ ਹੈ, ਉਹਨਾਂ ਦੇ ਗੁਰੂ ਕੌਣ ਸੀ, ਮੇਰੇ ਲਾਲ ਜੀਓ ਤੇਰਾ ਆ ਪਾਠ ਦਾ ਨੁਕਸਾਨ ਹੈ ਨਾ ਸਮਝ ਕੇ ਕਰ। ਇਹਦੇ ਵਿੱਚੋਂ ਹੀ ਦੇਖਿਆ ਸਭ ਤੇ ਮੈਂ ਕਿਹੜਾ ਤੋਲਾ ਲਿਆਵਾਂ, ਕਿਹੜਾ ਪਾਰ ਪਾਵਾਂ, ਕਿਹੜਾ ਗੁਰੂ ਕਰਾਂ ਮੈਂ। ਕਹਿੰਦੇ ਮੇਰਾ ਲਾਲ ਜੀ, ਕਿਉਂਕਿ ਬਾਬਾ ਨਾਨਕ ਹੀ ਕਹਿੰਦਾ ਗੁਰ ਪਰਮੇਸ਼ਰ ਨਾਨਕ ਭੇਟਿਓ ਕਾਹਦੇ ਨਾਲ, ਜਪਣ ਵਾਲੇ ਸ਼ਬਦ ਨਾਲ, ਸਾਚੇ ਸ਼ਬਦੇ ਨੂੰ। ਇਸ ਕਰਕੇ ਜਿਹੜੇ ਪੰਜ ਪਿਆਰੇ ਦਿੰਦੇ ਆ ਉਹ ਇਹ ਦੀਖਿਆ ਹੈ। ਦੀਖਿਆ ਦਾ ਮਤਲਬ ਹੈ ਹਰ ਮਜ਼ਹਬ ਦੇ ਵਿੱਚ ਇਹ ਰਸਮ ਹੈ ਚੇਲੇ ਬਣਨ ਦੀ, ਆਪਣਾ ਗੁਰੂ ਧਾਰਨ ਦੀ। ਕ੍ਰਿਸਚੀਅਨਿਟੀ 'ਚ ਇਹਨੂੰ ਬੈਪਟਿਜ਼ਮ ਕਹਿੰਦੇ ਆ, ਮੁਸਲਮਾਨਾਂ 'ਚ ਇਹਨੂੰ ਕਲਮਾ ਦੇਣਾ ਕਹਿੰਦੇ, ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲੁੱਲਾਹ ਕਲਮਾ ਪੜ੍ਹਾ ਦਿੰਦੇ। ਸਾਡੇ ਵੀ ਇਹ ਰਿਸ਼ੀ ਮੁਨੀਆਂ ਤੋਂ ਇਹ ਚੀਜ਼ ਚੱਲੀ ਆਏ ਵੀ ਗੁਰੂ ਨੁਗਰਾ ਨਾ ਰਹਿ, ਇਹ ਰਸਮ ਪੂਰੀ ਕਰ ਲੈ, ਕੋਈ ਨਾ ਕੋਈ ਗੁਰੂ ਧਾਰ ਲੈ, ਲੇਕਿਨ ਗੁਰੂ ਵੀ ਐਸਾ ਧਰੋ ਜਿਹੜਾ ਕੋਈ ਇਹ ਨਾ ਹੋਵੇ ਵੀ ਉਹ ਸਾਡੀ ਬਾਣੀ 'ਚ ਲਿਖਿਆ, ਬਾਣੀ 'ਚ ਦੇਖੋ ਬੇੜਾ ਜਰਜਰਾ ਉਤਰ ਪੜਿਓ ਚਬੱਖ। ਕਬੀਰ ਸਾਹਿਬ ਕਹਿੰਦੇ ਐਸੇ ਬੇੜੇ ਤੇ ਨੇ ਚੜ੍ਹ ਜਾਓ ਜਿਹਦੇ ਫੂਟੇ 6000 ਡੁੱਬ ਜਾਏ ਵਿੱਚ ਹੀ ਲੈ ਕੇ, ਨਾਲੇ ਦੋਵਾਂ ਬੇੜੀਆਂ 'ਚ ਪੈਰ ਨਾ ਰੱਖੀ ਤਾਂ ਵੀ ਡੁੱਬ ਜਾਏ। ਇੱਕ ਦਾ ਬਣ ਜਾ ਅਕਾਲ ਪੁਰਖ ਦਾ, ਔਰ ਉਹਨੂੰ ਗੁਰੂ ਧਾਰ ਪਰਮੇਸ਼ਰ ਨੂੰ। ਇਸ ਕਰਕੇ ਬਾਬੇ ਨਾਨਕ ਨਾਲ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦੇ ਨਵੇਰਾ, ਔਰ ਸ਼ਬਦ ਵੀ ਅੱਖਰ ਵਾਲੇ ਆ ਜਿਹੜੇ, ਕਿਉਂਕਿ ਬਾਬਾ ਨਾਨਕ ਆਪ ਹੀ ਲਿਖਦਾ ਵੀ ਮੈਨੂੰ ਪਰਮੇਸ਼ਰ ਨੇ ਚਾਰੇ ਅੱਖਰ ਆਪ ਭੇਜੇ। ਅੱਖਰ ਨਾਨਕ ਅਖਿਓ ਆਪੇ ਲਹੇ ਪ੍ਰਾਂਤ ਵੇ ਜਿਸ ਦਾਤੇ। ਬਾਬੇ ਨਾਨਕ ਤੋਂ ਸਾਰੀ ਚੀਜ਼ ਸ਼ੁਰੂ ਹੁੰਦੀ। ਉਹਨਾਂ ਨੇ ਗੁਰੂ ਕਿਹੜਾ ਕੀਤਾ, ਲਾਲ ਜੀ ਪਰਮੇਸ਼ਰ ਜੋ ਬਾਬੇ ਨਾਨਕ ਦਾ ਗੁਰ ਪਰਮੇਸ਼ਰ ਉਹ ਸਾਰੀ ਸਿੱਖੀ ਦਾ। ਉਹ ਅਕਾਲ ਉਸਤਤ 'ਚ ਦਸਮ ਪਾਤਸ਼ਾਹ ਉਹਨੂੰ ਭੇਜਿਓ ਵੀ ਮੈਂ ਇੱਕ ਨੂੰ ਸਾਰੀ ਬਾਣੀ ਸ਼ਬਦ ਇੱਕ ਨੂੰ ਲਾਉਂਦੀ। ਇਸ ਕਰਕੇ ਉਹ ਜਿਹੜਾ ਸ਼ਬਦ ਜਪਣ ਵਾਲਾ ਦਿੰਦਾ ਗੁਰੂ, ਉਹ ਗੁਰੂ ਕੋਲ ਲੈਣਾ ਪੈਂਦਾ। ਆਮ ਸੁਣੇ ਸੁਣਾਏ ਕੰਮ ਨਹੀਂ ਹੋਣਾ ਉਹਦਾ, ਕਿਉਂਕਿ ਉਹਦੇ ਪਿੱਛੇ ਜੇ ਗੁਰੂ ਕੋਲੋਂ ਲਓਗੇ ਉਹਦੇ ਪਿੱਛੇ ਉਹ ਗੁਰੂ ਹੋਏਗਾ, ਉਹਦਾ ਗਿਆਨ ਹੋਏਗਾ। ਜਿਹੜਾ ਖੰਡੇ ਬਾਟੇ ਦੀ ਪੌੜ ਲੈਂਦਾ ਹੈ ਉਹਦੇ ਵਿੱਚ 10 ਗੁਰੂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਗਿਆਨ, ਔਰ 5 ਪਿਆਰੇ ਤੇ 4 ਸਾਹਿਬਜ਼ਾਦਿਆਂ ਦੀ ਉੱਚ ਕਰਨੀ ਨਾਲ ਹੋਏ। ਉਹੋ ਜਿਹੀ ਕਰਨੀ ਨਹੀਂ ਕੋਈ ਕਰ ਸਕਦਾ। ਤਾਂ ਉਹ ਰਸਮ ਹੈ, ਤਾਂ ਕਿ ਨਾ ਸਾਰੇ ਘਰ ਚਲੀ ਆ ਰਹੀ। ਇਸ ਕਰਕੇ ਉਹ ਸ਼ਬਦ ਦਿੰਦੇ ਆ ਜਪਣ ਵਾਲਾ, ਲੇਕਿਨ ਨਾਮ ਅੰਦਰ ਮਿਲਣਾ ਹੈ। ਨਾਮ ਇੱਕ ਐਸੀ ਚੀਜ਼ ਹੈ ਜਿਹੜੀ ਲਈ ਰਹਾਉ ਦੀ ਤੁਕ ਰੋਜ਼ ਪੜ੍ਹਦੇ ਆ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਨਾਮ ਤੇ ਮਿਲ ਜਾ, ਸ਼ਬਦ ਨੂੰ ਵੀ ਨਾਮ ਕਿਹਾ, ਜਿਵੇਂ ਮੈਂ ਨਾਮ ਲੈ ਲਿਆ, ਲੇਕਿਨ ਇਹ ਅਧੂਰਾ ਗਿਆਨ ਹੈ। ਪੂਰਾ ਗਿਆਨ ਹੈ ਵੀ ਜਿਸ ਵੇਲੇ ਨਾਮ ਮਿਲ ਜਾਂਦਾ ਉਹਦਾ ਅੰਦਰ ਪ੍ਰਕਾਸ਼ ਹੁੰਦਾ। ਬੜੇ 2-3 ਜਿਹੜੇ ਟੋਲੇ ਸੀ ਗੁਰੂ ਨਾਨਕ ਦੇ ਸਾਹਮਣੇ ਸੀ। ਇੱਕ ਸੀ ਹਿੰਦੂ ਮੁਸਲਮਾਨ ਹਿੰਦੂ, ਤੇ ਤੀਸਰੇ ਜੋਗੀ ਸਾਰੇ ਛਾਏ ਪਏ ਸੀ ਜਿਹੜੇ ਵੀ ਦੀਖਿਆ ਦਿੰਦੇ ਸੀ।
ਉਹ ਵੀ ਪਾਲ ਦਿੰਦੇ ਸੀ। ਸਾਰੇ ਜੋਗੀ ਬਣਾਉਣ ਲੱਗੇ, ਕੰਨ ਪਾੜਨੇ, 100 ਰਸਮਾਂ ਕਰਨੀਆਂ ਸਾਰੀਆਂ। ਜੋਗੀਆਂ ਦਾ ਐਡਾ ਜ਼ੋਰ ਸੀ, ਤਾਂ ਬਾਬੇ ਨਾਨਕ ਨਾਨਕੇ ਉਹਨਾਂ ਨੂੰ ਮੰਗਾਰਿਆ ਵੀ ਤੁਸੀਂ ਜਿਹੜੀ ਦੀਖਿਆ ਦਿੰਦੇ ਹੋ ਜਾਂ ਸਾਰੇ ਦਿੰਦੇ ਹੋ, ਔਰ ਤੁਸੀਂ ਇੱਕ ਨੂੰ ਤੇ ਮੰਨਦੇ ਨਹੀਂ ਹੋ, ਕਿਉਂਕਿ ਜਿੰਨੇ ਵੀ ਜੋਗੀ ਹੈ ਗੋਰਖ ਦੇ ਚੇਲੇ, ਔਰ ਗੋਰਖ ਗਾਂ ਮਾਇਆ ਮਛੰਦਰ ਦਾ ਚੇਲਾ। ਸ਼ੁਰੂ ਤੋਂ ਸਾਰੇ ਗੁਰੂਆਂ ਨੂੰ ਦੇਹ ਦੇ ਵਿੱਚ ਮੰਨਦੇ ਆਏ, ਔਰ ਸਾਡੇ ਬਾਣੀ 'ਚ ਜਪ 'ਚ ਹੀ ਆ ਗਿਆ ਸ਼ਬਦ ਗੁਰ ਈਸਰ, ਗੁਰ ਗੋਰਖ, ਬਰਮਾ ਗੁਰ, ਪਾਰਵਤੀ ਮਾਈ। ਮੇਰੇ ਸਾਰੇ ਮਾਇਆ 'ਚ ਫਸੇ ਹੈ ਜਿਹੜਾ ਇਨਸਾਨ ਨੂੰ ਗੁਰ ਕਰਦੇ। ਸਾਡਾ ਗੁਰਦੇ ਰਾਰੇ ਨੂੰ ਉੱਥੇ ਔਂਕੜ ਹੈ ਤਿੰਨਾਂ ਨੂੰ, ਗੁਰ ਅਸੀਂ ਈਸਰ ਨੂੰ ਪੂਜਣ ਵਾਲੇ ਨਹੀਂ, ਗੋਰਖ ਨੂੰ ਪੂਜਣ ਵਾਲੇ ਨਹੀਂ। ਤੋ ਇਹ ਨਾ ਤੂੰ ਅਸੀਂ ਉਹ ਗੁਰ ਸ਼ਬਦ ਹੈ, ਗੁਰੂ ਮੰਤਰ ਹੈ, ਦੀਖਿਆ ਹੈ, ਉਹੀ ਜਿਹੜਾ ਜਪਣ ਵਾਲਾ ਸ਼ਬਦ ਹੈ ਉਹ ਹੈ। ਇਸ ਕਰਕੇ ਜਿਹੜਾ ਗੁਰਮੰਤਰ ਲੈ ਕੇ ਨਗੋਰਾ ਨਹੀਂ ਰਹਿਣਾ ਚਾਹੀਦਾ, ਕਿਉਂਕਿ ਨਗੋਰਾ ਜੈਸੇ ਨਗੋਰਾ ਜਾਣੇ ਬਹੁ ਬਾतें, ਉਹ ਹਰ ਦਰਗੀ ਹੈ ਪ੍ਰਿਸ਼ਟੀ। ਜਦੋਂ ਉਸ ਦਰਗਾਹ ਕਿੰਗਡਮ ਆਫ ਗੋਡ 'ਚ ਐਂਟਰ ਨਹੀਂ ਹੋ ਸਕਦਾ ਜੇ ਤਾਂ ਗੁਰੂ ਪਿੱਛੇ ਨਾ ਹੋਵੇ। ਨਗੋਰੇ ਬੰਦੇ ਨਹੀਂ ਤੇ ਕੋਈ ਲਾਗੇ ਨਹੀਂ ਬਹਿਣ ਦਿੰਦਾ। ਤੇਰਾ ਉਸਤਾਦ ਕੌਣ? ਸਾਡਾ ਇਸੇ ਕਰਕੇ ਦਸੇ ਗੁਰੂ ਦੀਖਿਆ ਦੇਣ ਆਏ ਸੀ। ਦੀਖਿਆ ਦਾ ਮਤਲਬ ਹੈ ਸ਼ਬਦ ਜਪਣ ਵਾਲਾ ਦੇਣਾ ਹੈ। ਤੋ ਜਿਹੜਾ ਸ਼ਬਦ ਹੈ ਇਹਦੇ 'ਚ ਇੰਨੀ ਤਾਕਤ ਹੈ ਵੀ ਜਿਹੜਾ ਤੁਹਾਡਾ ਮਨ ਰੋਕੇਗਾ, ਔਰ ਜੇ ਉਹਦੀ ਅਭਿਆਸ ਕਰੋਗੇ ਪਰਮੇਸ਼ਰ ਦੇ ਨਾਮ ਦਾ, ਉਹ ਤੁਹਾਨੂੰ ਨਾਮ ਦਾ ਵੀ ਪ੍ਰਕਾਸ਼ ਹੋਣ ਤੋਂ ਜੋਗੀਆਂ ਤਿੰਨਾਂ ਹਿੰਦੂ, ਮੁਸਲਮਾਨ ਤੇ ਸਿੱਖਾਂ ਦੇ ਤੁਹਾਡੇ ਰੋਜ਼ ਰਹਿ ਰਾਸ ਪੜ੍ਹਦੇ। ਹੁਣ ਤੁਹਾਡੇ ਆਉਣੇ ਵੀ ਨਾਮ ਕੀ ਚੀਜ਼ ਹੈ। ਉਹ ਆਉਂਦਾ ਵੈ ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਕਰੇ ਵਿਚਾਰ, ਬੰਦੇ ਸੋਈਓ ਪਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ। ਬਾਬੇ ਨਾਨਕ ਨਾਲ ਮੁਸਲਮਾਨਾਂ ਨੂੰ ਦੇਖ ਕੇ ਕਹਿੰਦੇ ਸਾਰੇ ਸ਼ਰਈ ਹੋ ਗਏ, ਇਹ ਬੰਨਣ 'ਚ ਬਣਾਉਣ ਡੇ ਵੀ ਸ਼ਰ੍ਹਾ 'ਚ ਆਓਗੇ ਤੇ ਤਾਂ ਤੁਸੀਂ ਅਸਲ ਮੁਸਲਮਾਨ। ਬੰਦੇ ਸੋਚੋ ਇਹਨਾਂ ਸ਼ਰ੍ਹਾ ਦੀ ਬੰਧਨਾਂ 'ਚ ਵੱਜ ਜਾਣ, ਜਿੱਦਾਂ ਸਾਡੇ ਵੀ ਬੜੀਆਂ ਬੰਧਨਾਂ ਪਾਈਆਂ। ਮੁਸਲਮਾਨਾਂ ਸਿਫਤ ਅੱਲਾ ਦੀ ਨਹੀਂ ਰਹਿ ਗਈ, ਉਹਨਾਂ ਦੀ ਸ਼ਰੀਅਤ, ਸ਼ਰ੍ਹਾ ਦੀ ਸੇਵਾ। ਕਿਉਂਕਿ ਇਹਨਾਂ ਦੀਆਂ ਦੋ ਕਿਤਾਬਾਂ ਬਹੁਤ ਵੱਡੀਆਂ ਮੁਸਲਮਾਨਾਂ ਦੀਆਂ, ਕੁਰਾਨ ਸ਼ਰੀਫ ਕਮਾਲ ਦਾ, ਉਹ ਹਜ਼ਰਤ ਮੁਹੰਮਦ ਸਾਹਿਬ ਦੇ ਬੋਲ ਇਕੱਠੇ ਕੀਤੇ ਔਰ ਸਾਰੇ ਉਹ। ਲੇਕਿਨ ਜਿਹੜੀ ਸ਼ਰ੍ਹਾ ਦੀ ਕਿਤਾਬ ਹੈ ਉਹ ਹੈ ਹਦੀਸ। ਸਾਡੀ ਬਾਣੀ 'ਚ ਉਹਦਾ ਵੀ ਨਾਂ ਆਇਆ, ਅੱਲੋ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ। ਉਹ ਸ਼ਬਦ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਕਹਿੰਦਾ ਵੀ ਉਸ 'ਚ ਹਦੀਸ ਦਾ ਨਾਂ ਆਇਆ, ਪਰ ਉੱਥੋਂ ਬਾਅਦ ਆਇਆ ਵੀ ਸਾਡੇ ਸਿੱਖ ਕੀ ਹੋਣਗੇ, ਸਾਬਤ ਸੂਰਤ ਦਸਤਾਰ ਏ ਸਾਰਾ। ਇਹਨਾਂ ਦੀ ਸ਼ਰ੍ਹਾ ਵੀ ਇੰਨੀ ਕਿ ਦਾੜੀ ਵੱਡੋ, ਇੱਥੋਂ ਕੱਛਾਂ ਦੇ ਵਾਲ ਮੰਨੋ, ਆਹ ਕਰੋ, ਐਡੀ ਸਖਤ ਸ਼ਰ੍ਹਾ ਇਹਨਾਂ ਦੀ। ਇਹ ਸਾਰੇ ਸ਼ਰਈ ਮੁਸਲਮਾਨ ਹੋ ਗਏ। ਉਹ ਜਿਹੜੇ ਪਾਕੀਜ਼ਾ ਬੰਦਗੀ ਕਰਨ ਵਾਲੇ ਫਕੀਰ ਸੀ ਉਹ ਸਾਡੇ ਨਾਲ ਆ ਗਏ, ਉਹਨਾਂ ਦੀ ਬਾਣੀ ਸਾਡੇ 'ਚ ਗੁਰੂ ਗ੍ਰੰਥ ਸਾਹਿਬ। ਤੋ ਸ਼ਰਿਆ ਹੈ ਇੱਥੋਂ ਆਸਾ ਦੀ ਵਾਰ ਦਾ ਪਹਿਲਾ ਸਲੋਕ ਸ਼ੁਰੂ ਹੁੰਦਾ ਵਾ ਬਾਬੇ ਨਾਨਕ ਦਾ। ਮੁਸਲਮਾਨਾਂ ਸੇ ਇਹਨੂੰ ਹੁਣ ਪੜ੍ਹੀ ਜਾਣਾ। ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਕਰੇ ਵਿਚਾਰ, ਬੰਦੇ ਸੇ ਜੇ ਪਾਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ। ਹਿੰਦੂ ਕੀ ਕਰਦੇ ਸੀ? ਹਿੰਦੂ ਸਾਲਾਹੀ ਨੂੰ ਕਿੱਦਾਂ ਸਲਾਉਂਦੇ ਸੀ? ਹਿੰਦੂ ਸਾਲਾਹੀ ਸਾਲਾਹਨ, ਪਰ ਉਹਦੇ ਦਰਸ਼ਨ ਰੂਪ ਅਪਾਰ ਹੈ। ਇਹ ਮੂਰਤੀ ਨੂੰ ਬਣਾ ਕੇ ਵੀ ਅਸੀਂ ਭਗਵਾਨ ਦੇ ਦਰਸ਼ਨ ਕਰ ਲਏ, ਜਾਂ ਸਾਰੇ ਮੰਦਿਰਾਂ 'ਚ ਭਗਵਾਨ ਨੂੰ ਤਾਂ ਦਰਸ਼ਨ ਰੂਪ ਅਪਾਰ। ਐਕਸ਼ਨ ਕੀ ਕਰਦੇ ਹੈ? ਤੀਰਥੇ ਨਾਵੇਂ, ਅਰਚਾ ਪੂਜਾ, ਅਗਰਵਾਸ, ਬਹਿਕਾਰ, ਕਾਰਾਂ ਕੱਢਣੀਆਂ, ਤੂਫਾਂ ਹੋਣੀਆਂ, ਸਾਰਾ ਤੀਰਥਾਂ ਦੇ ਨਾਮ। ਦੇਖੋ ਬਾਬਾ ਹੁਣ ਰਿਜੈਕਟ ਕਰੇਗਾ ਸਾਰੀਆਂ ਚੀਜ਼ਾਂ। ਹਿੰਦੂ ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਕਰੇ ਵਿਚਾਰ, ਬੰਦੇ ਸੇ ਜੇ ਪਾਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ। ਤੁਹਾਨੂੰ ਦੀਦਾਰ ਦੇ ਨਹੀਂ ਹੋ ਸਕੀ ਜਿਨ ਤੋਂ ਸ਼ਰ੍ਹਾ 'ਚ ਨਹੀਂ ਆਉਂਦੀ, ਜਿੱਦਾਂ ਸਾਡੇ ਗੱਲ ਪਾਈ ਆ ਸ਼ਰ੍ਹਾ। ਅੱਗੇ ਹਿੰਦੂ ਹੈ, ਹਿੰਦੂ ਸਾਲਾਹੀ ਨੂੰ ਕਿੱਦਾਂ ਸਲਾਉਂਦੇ ਨੇ? ਉਹ ਤੀਰਥੇ ਨਾਵੇਂ, ਅਰਚਾ ਪੂਜਾ, ਅਗਰਵਾਸ, ਬੈਕਾਰ, ਮੌਰ, ਖੁਸ਼ਬੂ, ਜਿੰਨੇ ਤਰੀਕੇ ਇਹਨਾਂ ਦੇ ਪੂਜਾ ਦੇ। ਹਾਂ, ਜੋਗੀ ਉਹ ਸੁੰਨ ਅਵਸਥਾ 'ਚ ਚਲੇ ਜਾਂਦੇ। ਐਸੀ ਸੁੰਨ ਅਵਸਥਾ ਜਿੱਥੇ, ਐਸੀ ਭੈੜੀ ਅਵਸਥਾ ਜਿੱਥੇ ਬੰਦਾ ਬਾਹਰ ਨਹੀਂ ਨਿਕਲ ਸਕਦਾ। ਉਸ ਜੋਗ ਚੋਰ ਚਰੀ ਦੀ ਅਸੀਂ ਤੇ ਆ ਜਾਣਗੀਆਂ
ਪਰ ਉਹ ਨਾਮ ਦੀ ਪ੍ਰਾਪਤੀ ਨਹੀਂ ਉਹਨਾਂ ਨੂੰ ਹੋਏਗੀ, ਨਾ ਪਰਮੇਸ਼ਰ ਦੇ ਨਾਮ ਦੀ। ਜੋਗੀ ਸੁਣ ਤੇ ਆਵਨ ਜੇਤੇ, ਪਰ ਉਹ ਤੇ ਅਲੱਖ ਨਾਮ ਕਰਤਾਰ। ਜਿਹੜਾ ਨਾਮ ਹੈ ਹੁਣੇ ਉਹਦੀ ਡੈਫੀਨੇਸ਼ਨ ਆਏਗੀ ਨਾਮ ਦੀ, ਤੁਸੀਂ ਪੁੱਛਿਆ ਅਲੱਖ ਨਾਮ ਕਰਤਾਰ ਹੈ। ਐਡਾ ਮੁਸ਼ਕਲ ਗਿਆਨ ਆ ਬਾਬੇ ਨਾਨਕ ਦੇ ਚੱਦੀ ਵੈਣ। ਦੇਖੋ ਵਿੱਚ ਹੀ ਜੋਗੀ ਸੁਣ ਤੇ ਆਵਨ ਜੇਤੇ ਕੁਐਸਚਨ ਮਾਰਕ, ਤੂੰ ਤੇ ਅਲੱਖ ਨਾਮ ਕਰਤਾਰ। तो जोगी सुनते आवन जेते अलख नाम करतार। और हाँ जी, हाँ आ गई डेफिनेशन। जोगिया ने कहा बाबा नानक तू मानता ही नहीं है देह नूं या सारे तेरे नाम की भी मूर्ति है। जिदा हिंदू मंदिर च मूर्ति रखते तेरे नाम की भी मूर्त है। बाबे ने उस ड्रामेटिक वे ने कहा हाँ मेरे नाम की भी मूर्ति है। कहते बाबा फिर तो तू ठीक है, तुम भी मूर्ति पूजदा। हिंदू भी सारे मूर्ति पूजते। हिंदू सलाही सलान तो बाहर आया, वो कहते तेरे नाम की भी मूर्ति है। कहते हाँ मेरे नाम की भी मूर्ति है। वो कहते किहो जी मूर्ति है? कहते वेरी डेलीकेट सूक्ष्म मूर्त। कहते बाबा जरा होर कहो सानू समझ नहीं आए। कहते सूक्ष्म मूर्त ਇਹਦਾ ਮਤਲਬ ਤੂੰ ਮੰਨਦਾ ਨਾਮ ਦੀ ਮੂਰਤ? ਕਹਿੰਦਾ ਹਾਂ ਮੇਰੇ ਨਾਮ ਦੀ ਮੂਰਤੀ ਹੈ, ਪਰ ਬੜੀ ਡੈਲੀਕੇਟ ਹੈ, ਸੂਖਸ਼ਮ ਚੀਜ਼। ਫਿਰ ਕਹਿੰਦੇ ਉਹਦੀ ਕਾਇਆ ਵੀ ਹੈ। ਕਹਿੰਦੇ ਹਾਂ ਕਾਇਆ ਵੀ ਹੈ ਮੇਰੇ ਨਾਮ ਦੀ ਸੂਖਮ ਮੂਰਤ। ਤੇਰਾ ਨਾਮ ਮਾਇਆ 'ਚ ਵੀ ਹੈ? ਬਾਬਾ ਕਹਿੰਦਾ ਆ ਨਹੀਂ ਹੈ, ਉਹ ਮਾਇਆ 'ਚ ਹੈ ਨਹੀਂ। ਸੂਖਮ ਮੂਰਤ ਤੇਰਾ ਨਾਮ ਕੀ ਹੈ? ਨਾਮ ਨਿਰੰਜਨ, ਮਾਇਆ ਤੋਂ ਰਹਿਤਾ। सूक्ष्म मूर्त नाम निरंजन काया का आकार, ਉਹਦਾ ਕੋਈ ਕਾਰ ਨਹੀਂ। ਉਹਦਾ ਕੀ ਹੈ? ਪ੍ਰਕਾਸ਼। ਪ੍ਰਕਾਸ਼ ਫੜ ਲਓ, ਪ੍ਰਕਾਸ਼ ਦੀ ਕਾਇਆ ਆਪ ਹੈ। ਉਚਤ ਆਪ ਹੈ ਸਾਡੀ ਸਿੱਖੀ, ਆਪ ਹੈ ਬਾਬੇ ਨਾਨਕ ਦਾ ਅਸਲ ਧਰਮ ਜੋ ਸਮਝਾਇਆ। ਲੇਕਿਨ ਇਹਨੂੰ ਗਾਉਣ ਵਜਾਉਣ ਸਿੱਖੀ ਨੂੰ ਪਤਾ ਨਹੀਂ ਹੈ, ਸਾਡਾ ਹੀ ਵਿਰਸੇ। ਫਿਰ ਦੇਖੋ 3 ਟੋਲੇ ਝਾੜ ਛੱਡੇ। मुसलमाना सिफत शरैयत फरपट करे विचार, बंदे से ये पवे जबंदी वेखण को दीदार। हिंदू सालाही सालाहन दर्शन रूप अपार, तीर्थे नामे अर्चा पूजा अगरवास बहकार। जोगी सुनते आवन जेते अलख। इन्हां दा बोला ही है जिद्दां साडा वाहिगुरू जी का खालसा वाहिगुरू जी की फतेह है ना। जोगी जदों मिलते एक दूजे नूं औलख निरंजन कि असीं औलख अन अप्रोचेबल नूं फड़ लिया, और लख ਨੂੰ ਰੱਖ ਲਿਆ। ਨਰੰਜਨ ਵੀ ਸਾਡੇ ਮਾਇਆ ਤੋਂ ਰਹਿਤ ਹੈ, ਜਿਹੜਾ ਸਾਡਾ ਅਸੀਂ ਚੀਜ਼ ਫੜੀ ਅੰਦਰ ਸੁਣ ਵਸਾ ਭਲਾ। ਤੋ ਬਸ ਕਹਿੰਦੇ ਜੋਗੀ ਸੁਣ ਤੇ ਆਵਨ ਜੇਤੇ, ਉਹ ਤੇ ਅਲੱਖ ਹੈ। ਔਰ ਨਾਮ ਨਿਰੰਜਨ ਉਹਦਾ ਕਾਇਆ ਕਾ ਆਕਾਰ, ਉਹਦੀ ਕਾਇਆ ਕੋਈ ਨਹੀਂ। ਤੋ ਨਾਮ ਨਿਰੰਜਨ ਕਾਇਆ ਕਾ ਆਕਾਰ। ਆਕਾਰ ਕੀ ਹੈ? ਪ੍ਰਕਾਸ਼। ਪ੍ਰਕਾਸ਼ ਤਦੀ ਸਾਡੀ ਬਾਣੀ ਚਾਹੁੰਦਾ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼। ਉੱਥੇ ਜਪਣਾ ਨਹੀਂ ਰਹਿ ਜਾਂਦਾ। ਫਿਰ ਗਾਂਹ ਤੋਂ ਗਾਂਹ ਤਾਂ ਆਉਂਦੀਆਂ, ਲੇਕਿਨ ਸ਼ਬਦ ਜਪਣ ਨਾਲੇ ਨਾ ਸਭ ਕੁਝ ਹੋਣਾ। ਕਿਉਂਕਿ ਜੇ ਸ਼ਬਦ ਅਸੀਂ ਜਪਾਂਗੇ, ਅਸੀਂ ਅੰਦਰ ਵੜਨਾ ਸਿੱਖਾਂਗੇ, ਅੰਦਰ ਦੀ ਚੜ੍ਹਾਈ ਹੋਊ ਮਨ ਦੇ ਨਾਲ। ਸਾਰਾ ਜੋ ਵੀ ਬਾਣੀ 'ਚ ਤਰੀਕਾ ਲਿਖਿਆ, ਇੱਦਾਂ ਨਾ ਪੁੱਛਿਆ ਸੀ ਵੀ ਬਾਬਾ ਤੇਰੇ ਤੂੰ ਨਾਮ ਕਿੱਦਾਂ ਜਪਦਾ, ਤੇਰਾ ਸਟਾਰਟ ਕਿੱਥੋਂ ਕਰਦਾ ਤੂੰ? ਤੋ ਉਹਨਾਂ ਨੇ ਪੁੱਛਿਆ ਬਾਬਾ ਤੂੰ ਹੈ ਤੇ ਛੋਟੀ ਉਮਰ ਦਾ, ਪਰ ਤੇਰੀਆਂ ਗੱਲਾਂ ਬੜੀਆਂ ਇੰਟਰਸਟਿੰਗ, ਸਾਨੂੰ ਆਹ ਦੱਸ ਜਾ ਵੀ ਤੂੰ ਭਗਤੀ ਕਿੱਥੋਂ ਸ਼ੁਰੂ ਕਰਦਾ, ਕਿੱਦਾਂ? ਕਵਨ ਹਾਂ ਹਾਂ ਉਹ ਆਉਂਦਾ ਬਾਅਦ 'ਚ ਪੈਂਦਾ ਵੀ ਹਾਂ ਤੇਰਾ ਕਵਨ ਗੁਰੂ ਜਿਸ ਤੂੰ ਕਹਿੰਦਾ ਮੇਰਾ ਕੋਈ ਗੁਰੂ ਕੋਈ ਨਹੀਂ ਹੈ। तो बाबे ने कहा मेरा शब्द गुरु है। वो कहते ਉਹਦੀ ਦੇਹ ਹੈ ਨਹੀਂ। ਅਸੇ ਤਾਂ ਕਦੀ ਨਾਰਦ ਮੁਨੀ ਬੜੇ ਬੜੇ ਗੁਰੂ ਹੋਏ, ਸਾਰਿਆਂ ਦੀ ਦੇਹ ਸੀ। ਤੂੰ ਕਹਿੰਦਾ ਮੇਰੇ ਗੁਰੂ ਦੀ ਦੇਹ ਹੈ ਨਹੀਂ। ਕਹਿੰਦੇ ਨਹੀਂ। ਕਹਿੰਦੇ ਫਿਰ ਤੂੰ ਜਿਹਨੂੰ ਮਿਲਦਾ ਇਹਨੂੰ ਮਿਲਦਾ ਤੂੰ? ਕਹਿੰਦਾ ਉਹਦੀ ਵੀ ਦੇਹ ਹੈ ਨਹੀਂ ਰੱਬ ਦੀ। ਤੇ ਕਹਿੰਦਾ ਤੇਰੀ ਦੇਹ ਹੈਗੀ ਹੈ? ਕਹਿੰਦਾ ਨਹੀਂ ਮੇਰੀ ਵੀ ਜੇ ਉਹ ਕਿਰਪਾ ਕਰੇ ਤੇ ਜਪ ਜਰ ਕੇ ਮੈਂ ਵੀ ਦੇਹ ਰੂਪ ਸ਼ਬਦ ਰੂਪ ਹੋ ਜਾਣਾ। ਮੇਰੀ ਵੀ ਦੇਹ ਨਹੀਂ, ਦੇਹ ਨਹੀਂ ਹੈ। ਫਿਰ ਬਾਬੇ ਨੇ ਕਹਾ ਕਿ ਵੀ कवन गुरु पहला सिलसिला तेरा कवन गुरु जिसका तू चेला।
ਦੇਖੋ ਕਿੱਡਾ ਮੁਸ਼ਕਲ ਸਵਾਲ ਸੀ। ਬਾਬੇ ਨੇ ਕਿਹਾ ਸ਼ਬਦ ਗੁਰੂ ਸੁਰ ਤੇ ਧੁਨੇ ਚੇਤ। ਤੇ ਮੇਰਾ ਗੁਰੂ ਸ਼ਬਦ ਹੈ ਜਪਣ ਵਾਲਾ ਗੁਰੂ, ਅੱਧਾ ਹਿੱਸਾ ਵਾਹਿਗੁਰੂ ਦਾ ਦੱਸ ਵੀ ਗਏ ਉੱਥੇ। ਮੇਰਾ ਸ਼ਬਦ ਗੁਰੂ, ਔਰ ਇਹਦੇ 'ਚ ਮੈਂ ਸੁਰਤ ਰੱਖਦਾ, ਇਹਦੇ ਧੁਨ ਦੇ ਵਿੱਚ ਹੀ ਉਹ ਸਾਰਾ ਮੈਂ ਚੇਲਾ ਬਣ ਜਾਂਦਾ। ਕਿਉਂਕਿ ਗੋਰਖਾਂ ਗੱਲ ਹੋ ਰਹੀ ਸੀ, ਯੋਗੀਆਂ ਦੇ ਚੇਲੇ ਹੁੰਦੇ ਸੀ। ਸਾਡਾ ਜਿੱਥੇ ਚੇਲਾ ਆ ਜਾਏ ਬਾਣੀ 'ਚ, ਉਹ ਭਗਤ ਨੇ। ਨਾਨਕ ਭਗਤ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਕਵਨ ਮੂਲ। ਇੱਥੋਂ ਉਹਨਾਂ ਨੇ ਸਵਾਲ ਕੀਤਾ, ਮੁੱਢ ਦੱਸ ਤੇਰਾ ਕੀ ਹੈ ਬੰਦਗੀ ਦਾ? ਕਵਨ ਮੂਲ ਕਵਨ ਮਤ ਵੇਲਾ। ਕਿਹੜੀ ਗੁਰੂ ਦੀ ਮੱਤ ਨਾਲ ਭਜਨ ਕਰਦੇ ਜਦੋਂ ਕਹਿੰਦੇ ਮੇਰਾ ਗੁਰੂ ਕੋਈ ਨਹੀਂ। ਦੇਖ ਕਵਨ ਮੂਲ, ਮੁੱਢ ਕੀ ਹੈ ਤੇਰਾ, ਕਿੱਥੋਂ ਸਟਾਰਟ ਕਰਦਾ? ਬਾਬੇ ਨੇ ਕਿਹਾ ਪਾਵਨ ਆਰੰਭ। ਮੈਂ ਆਕਸੀਜਨ ਅੰਦਰ ਖਿੱਚਦਾ, ਜਿਹੜੀ ਜ਼ਿੰਦਗੀ ਹੈ ਮੇਰੀ ਪਾਵਨ ਆਰੰਭ। ਇਹਦੀ ਮੱਤ ਨਾ ਭਜਦਾ। ਇੱਥੇ ਹੁਣ ਅਸੀਂ ਸਾਰੀ ਸਿੱਖੀ ਦੀ ਜਾਗ ਖੋਲ ਰਹੇ ਹਾਂ। ਬਾਬੇ ਨਾਨਕ ਦੀ ਸਿੱਧ ਗੋਸ਼ਟ ਦਾ ਇਹ ਲਾਈਨ ਹੈ। ਆਪਣਾ ਸਤਿਗੁਰੂ ਦੱਸਣਗੇ ਹੁਣ, ਉਹਦਾ ਸਤਿਗੁਰੂ ਕੌਣ? ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਬਾਬਾ ਕਹਿੰਦਾ ਪਵਨ ਆਰੰਭ ਸਤਿਗੁਰ ਮਤ ਵੇਲਾ। ਬਾਬਾ ਨਾਨਕ ਆਪਣਾ ਸਤਿਗੁਰ ਦੱਸ ਰਿਹਾ ਵੀ ਮੈਂ ਨਹੀਂ ਹੈ ਸਤਿਗੁਰ, ਮੇਰਾ ਸਤਿਗੁਰੂ ਹੋਰ ਹੈ ਜਿਹੜਾ ਮੇਰੇ ਅੰਦਰ ਆਇਆ। ਪਵਨ ਆਰੰਭ, ਮੈਂ ਆਕਸੀਜਨ ਅੰਦਰ ਖਿੱਚਦਾ, ਵਾਹੇ ਅੰਦਰ ਖਿੱਚਦਾ। ਵਾਹੇ ਆਕਸੀਜਨ ਹੈ, ਸ਼ਬਦ ਨਹੀਂ ਹੈ ਜਪਣ ਵਾਲਾ। ਤੂੰ ਸ਼ਬਦ ਦਾ ਕੀਤਾ ਸੀ। ਵਾਹੇ ਪਾਉਣ ਦੀ ਹਵਾ ਹੈ, ਹਵਾ ਦੀ ਆਵਾਜ਼ ਹੈ, ਅੱਖਰ ਨਹੀਂ ਹੈ। ਅੱਖਰ ਗੁਰੂ ਹੈ ਜਿਹੜਾ ਗਾਂ ਕਹਿੰਦੇ। ਪਵਨ ਆਰੰਭ, ਔਰ ਆਪਣੀ ਜਿਹੜੀ ਮੇਰਾ ਸਤਿਗੁਰ ਅੰਦਰ ਮੈਨੂੰ ਸ਼ਬਦ ਭੇਜ ਰਿਹਾ, ਉਹਦੀ ਮੱਤ ਨਾਲ ਮੈਂ ਭਜਨ ਕਰਦਾ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰ ਤੇ ਧੁਨੇ ਚੇਲਾ। ਸਭ ਕੁਝ ਦੱਸ ਗਿਆ ਸ਼ਬਦ ਹੈ। ਇਸ ਕਰਕੇ ਜਿਹੜਾ ਪਾਵਨ ਆਰੰਭ ਗੁਰੂ ਅੱਖਰ ਹੈ, ਉਹ ਦੋਨਾਂ ਨੂੰ ਮਿਲ ਕੇ ਫਿਰ ਅਰਧ ਔਰਦੀ ਵਿਆਸ ਵੀ ਅੰਦਰ ਨੂੰ ਖਿੱਚੋ, ਬਾਹਰ ਨੂੰ ਖਿੱਚੋ, ਲੇਕਿਨ ਸ਼ਬਦ ਜਪੋ। ਇਹਦੇ ਨਾਲ ਹੁਣ ਤੁਹਾਡਾ ਸਵਾਲ ਸੀ ਵੀ ਜਿਹੜਾ ਸ਼ਬਦ ਹੈ, ਜੇ ਅਸੀਂ ਦੋ ਕਿਸਮ ਦੇ ਨਾਂ ਕੱਢਾਂਗੇ ਤੇ ਸਾਰੀ ਬਾਣੀ ਤੋਂ ਅਸੀਂ ਬੇਮੁਖ ਹੋ ਜਾਵਾਂਗੇ। ਬਾਣੀ ਦੀ ਕੀ ਫਿਰ ਫੰਕਸ਼ਨ? ਜੇ ਸ਼ਬਦ ਜਪਣ ਵਾਲੇ ਹੀ ਹੈ, ਗੁਰੂ ਤੂੰ ਲੈ ਲਿਆ, ਬਾਣੀ ਦਾ ਕੀ ਫੰਕਸ਼ਨ? ਨਹੀਂ, ਜਿਹੜੀ ਬਾਣੀ ਹੈ ਉਹ ਸਾਡੀ ਮਦਰ ਹੈ, ਉਹਦੇ ਉਹ ਸੋਮਾ ਹੈ, ਕਿਉਂਕਿ ਉਹ ਸਤਿਗੁਰ ਦੀ ਮੱਤ। ਬਾਬੇ ਨਾਨਕ ਦੀ ਦੇ ਹਿਸਾਬ ਦੇ ਨਾਲ ਸਤਿਗੁਰ ਮੱਤ ਵੇਲਾ। ਕੋਈ ਵੀ ਸਤਿਗੁਰ ਦੀ ਬਾਣੀ ਤੋਂ ਬਾਹਰ, ਹੁਣ ਤੇ ਅਕਾਲ ਤਖਤ ਨੇ ਵੀ ਹੁਕਮ ਕਰ ਦਿੱਤਾ ਵੀ ਕੋਈ ਵੀ ਪ੍ਰਚਾਰ ਤੇ ਪਸਾਰ ਸਿੱਖੀ ਦੇ ਵਿੱਚ ਕਿਸੇ ਥਾਂ ਵੀ ਸਤਿਗੁਰ ਦੀ ਬਾਣੀ ਤੋਂ ਬਾਹਰ ਨਾ, ਕਿਉਂਕਿ ਸਤਿਗੁਰ ਦੀ ਮੱਤ ਆ, ਨਾ ਗੁਰੂਆਂ ਦੀ ਮੱਤ ਹੈ ਨਾ ਕਿਸੇ ਦੀ, ਉਹ ਸਤਿਗੁਰ ਦੀ ਮੱਤ। ਤੋ ਪਵਨ ਆਰੰਭ ਸਤਿਗੁਰ ਮਤ ਵੇਲਾ, ਮੇਰਾ ਹੋਈ ਸਤਿਗੁਰ ਉਹਦੀ ਮੱਤ ਹੈ ਸਾਰਾ ਸ਼ਬਦ, ਕਿਉਂਕਿ ਉਹਦੇ ਸ਼ਬਦ ਹੈ ਸਤਿਗੁਰ ਦੇ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰ ਤੇ ਧੁਨੇ ਚੇਲਾ। ਇਹਦੇ 'ਚ ਮੈਂ ਸੁਰਤ ਰੱਖਦਾ, ਜਪਦਾ ਰਹਿਣਾ। ਜਪਣ ਵਾਲਾ ਸ਼ਬਦ ਅਲੱਗਾ ਹੈ, ਔਰ ਜਿਹੜਾ ਗਿਆਨ ਦੇਣ ਵਾਲੇ ਸ਼ਬਦ ਹੈ, ਇਹ ਸਾਡੀ ਸਾਰੀ ਹੀ ਬਾਣੀ ਹੈ, ਜਿਹਨੂੰ ਕਿ ਤੁਸੀਂ ਗੁਰਮਤਿ ਕਹਿ ਲਓ। ਸਤਿਗੁਰ ਦੀ ਮੱਤ ਆ, ਉਹ ਸ਼ਬਦ ਨੇ, ਉਹ ਵੀ ਸਾਰੇ ਉਹਨਾਂ ਦੇ ਹਿਸਾਬ ਦੇ ਨਾਲ ਅਸੀਂ ਸਾਰੀ ਬੰਦਗੀ ਕਰਦੇ। ਇਸ ਕਰਕੇ ਜਿਹੜਾ ਸ਼ਬਦ ਹੈ ਹਮੇਸ਼ਾ ਹੀ ਹਾਰਡ ਐਂਡ ਫਾਸਟ ਲਾਈਨ ਸਿੱਖ ਨੂੰ ਕੱਢਣੀ ਪੈਣੀ ਹੈ। ਆਹੋ ਗੁੰਝਲਾਂ ਪੈ ਰਹੀਆਂ ਸਾਰੀਆਂ, ਅਸੀਂ ਸਿੱਧੇ ਜਿਹੇ ਲੇਮੈਨ ਲੈਂਗੁਏਜ ਸਾਰੀ ਦੁਨੀਆ ਦੇ ਅੱਗੇ ਬਾਣੀ ਦੇ ਨਾਲ ਸਮਝਾ ਰਹੇ ਹਾਂ ਵੀ ਸ਼ਬਦ ਜਪਣ ਵਾਲਾ। ਅਸੀਂ ਹੁਣ ਠੋਸ ਮਿਸਾਲ ਤੁਹਾਨੂੰ ਦੇਣ ਲੱਗੇ ਹਾਂ ਬਾਬੇ ਨਾਨਕ ਦੀ ਸ਼ਬਦ ਦੀ, ਵੀ ਇਹ ਸ਼ਬਦ, ਬਾਕੀ ਸਾਰੇ ਸ਼ਬਦ ਕਿਸ ਤਰ੍ਹਾਂ ਹੈ, ਤੇ ਗੀਤ ਵਾਲਾ ਗਾਉਣ ਵਾਲਾ ਜਾਂ ਰਾਗ ਜਾਂ ਫਲਾਂ, ਤੁਸੀਂ ਸ਼ਬਦ ਕਿੱਦਾਂ ਕਹਿੰਦੇ ਹੋ ਵੀ ਇਹ ਵੀ ਹੈ ਤੇ ਦੂਸਰਾ ਇੱਕ ਸ਼ਬਦ ਜਪਣ ਵਾਲਾ? ਅਸੀਂ ਕਹਿੰਦੇ ਜਿਹੜਾ ਸ਼ਬਦ ਜਪਣ ਵਾਲਾ ਆਪਣੇ ਜਪਜੀ ਸਾਹਿਬ 'ਚ ਇੱਕੋ ਵਾਰੀ ਆਇਆ, ਘੜੀਆ ਸ਼ਬਦ ਸੱਚੀ ਟਕਸਾਲ, ਉਹ ਸਾਰਾ ਇੱਕੋ ਵਾਰੀ ਸ਼ਬਦ ਆਇਆ। ਔਰ ਜਿਹੜਾ ਸ਼ਬਦ ਗਿਆਨ ਦੇਗਾ, ਉਹਦੇ 'ਚ ਇੱਕੋ ਵਾਰੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਭਾਈ ਸਾਹਿਬ ਜੀ ਖੋਜੋ ਜਾ ਕੇ, ਕਮਾਲ ਦੀ ਚੀਜ਼ ਮਿਲੀ ਸਾਨੂੰ। ਬਾਬੇ ਨਾਨਕ ਨੇ ਆਪ ਹੀ ਗਾਈਡਲਾਈਨ ਦਾ ਸ਼ਬਦ ਦਿੱਤਾ। ਉਹ ਤੇਰੇ ਚਰਨਨ ਕੀ ਹੋਏ ਰਹਾ ਸਦ ਧੂਰ,
ਉਹ ਉੱਤੇ ਸ਼ਲੋਕ ਆਉਂਦਾ ਇੱਕ, ਲੇਕਿਨ ਉੱਥੋਂ ਬਾਅਦ ਜਿਹੜਾ ਸ਼ਬਦ ਹੈ ਉਹ ਇੱਥੇ ਸ਼ੁਰੂ ਹੁੰਦਾ। ਪਿਛਲ ਰਾਤੀ ਸੱਦੜਾ ਨਾਮ ਖਸਮ ਕਾ ਲੇਹੇ, ਖੇਮੇ ਛਤਰ ਸਰਾਏ 'ਚ ਦਿਸਨੇ ਰੱਥ ਪੀੜੇ, ਜਿੰਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸੱਦ ਮਿਲੇ। ਬਾਬਾ ਮੈਂ ਕਰਮਹੀਣ ਕੁੜਿਆਰ, ਨਾਮ ਨਾ ਪਾਇਆ ਤੇਰਾ, ਅੰਧਾ ਭਰਮੇ ਭੁੱਲਾ ਮਨ ਮੇਰਾ। ਰਹਾ ਇਹ ਸ਼ੁਰੂ ਕਰਨ ਤੋਂ ਪਹਿਲਾਂ ਉੱਤੇ ਸ਼ਲੋਕ ਆਏਗਾ। ਇਹ ਸ਼ੁਰੂ ਕਰਨ ਤੋਂ ਪਹਿਲਾਂ ਇਹਦੇ ਪਹਿਲਾਂ ਹੈ ਦੋ ਡੰਡੀਆਂ, ਫੇਰ ਸ਼ਬਦ ਸੱਸਾ ਬੱਬਾ ਦੱਦੇ ਨੂੰ ਔਂਕੜ, ਫੇਰ ਦੋ ਡੰਡੀਆਂ, ਫੇਰ ਇਹ ਸ਼ਬਦ ਸ਼ੁਰੂ ਹੁੰਦਾ। ਪਿਛਲ ਰਾਤੀ ਸੱਦੜਾ ਨਾਮ ਖਸਮ ਖਾ ਲੇ। ਇਹ ਹੁਣ ਐਨ ਕਹਿ ਗਏ ਵੀ ਆਹ ਜਿਹੜਾ ਅਗਲਾ ਸ਼ਬਦ ਹੈ ਗਿਆਨ ਦਾ, ਔਰ ਗਿਆਨ ਵੀ ਕਿਹੜਾ ਦੇ ਰਿਹਾ? ਜਪਣ ਵਾਲਾ। ਔਰ ਇਹ 'ਚ ਵੀ ਮੈਂ ਬਾਬਾ ਨਾਨਕ ਕਹਿੰਦਾ ਮੈਂ ਨਾਮ ਨਹੀਂ ਪਾਇਆ ਹਜੇ, ਹਲੀ ਤਾਂ ਮੈਨੂੰ ਸ਼ਬਦ ਹੀ ਅੱਖਰ ਹੀ ਆਏ ਆ ਜਪਣ ਵਾਲੇ। ਗਰੀਬੀ ਦੇਖੋ, ਨਾਮ ਨਾ ਪਾਇਆ ਤੇਰਾ, ਅੰਧਾ ਭਰਮੇ ਭੁੱਲਾ ਮਨ ਮੇਰਾ। ਆਪ ਗਰੀਬੀ ਆਪਣੇ ਤੇ ਬਣਾ ਕੇ ਕਹਿੰਦੇ ਮੈਂ ਹਾਲੀ ਨਾਮ ਨਹੀਂ ਪਾਇਆ, ਮੈਂ ਕਰਮਹੀਣ ਹਾਂ ਪਿਛਲੇ ਕਰਮਾਂ ਦਾ, ਮੈਨੂੰ ਹਾਲੀ ਨਾਮ ਮਿਲਿਆ ਨਹੀਂ ਅੰਦਰ, ਕਿਉਂਕਿ ਨਾਮ ਅੰਦਰ ਮਿਲਦਾ ਹੈ, ਬਾਹਰ ਸ਼ਬਦ ਮਿਲਦਾ ਹੈ। ਤੋ ਪੰਜਾਂ ਪਿਆਰਿਆਂ ਦਾ ਬਣਨਾ ਇਹ ਸਾਰਾ ਗੁਰੂ ਦੀਖਿਆ ਦੇਣ ਵਾਲੀ ਦੇਹ ਚਾਹੀਦੀ ਸੀ। ਦੀਖਿਆ ਦੇਣ ਲਈ ਹੀ ਇਹ ਸਾਰੇ ਆਏ, ਲੇਕਿਨ ਦੀਖਿਅਤ ਸ਼ਬਦ ਜਿਹੜਾ ਹੁੰਦਾ ਉਹ ਗੁਰਮੰਤਰ ਉਹਨੂੰ ਕਹਿ ਲਓ, ਸਭ ਕੁਝ ਕਹਿ ਲਓ। ਇਸ ਕਰਕੇ ਆਪਾਂ ਬੜੇ ਧਿਆਨ ਨਾਲ ਸਿੱਧੇ ਜੇ ਬਾਬੇ ਨਾਨਕ ਦੀ ਬਾਣੀ ਨਾਲ ਫੈਸਲਾ ਕੀਤਾ ਵੀ ਤੇਰਾ ਕਵਨ ਗੁਰੂ, ਕਵਨ ਆਰੰਭ, ਕਵਨ ਮੂਲ, ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਬਾਬੇ ਦਾ ਜਵਾਬ ਹੈ ਪਵਨ ਆਰੰਭ ਸਤਿਗੁਰ ਮਤ ਵੇਲਾ। ਸ਼ਬਦ ਗੁਰੂ ਜਪਣ ਵਾਲਾ, ਸੁਰਤੇ ਧੁੰਨੇ ਚੇਲਾ। ਇਸ ਕਰਕੇ ਸ਼ਬਦ ਜਪਣ ਵਾਲਾ ਲਹਿਦਾ ਹੈ, ਬਾਕੀ ਸਾਰੇ ਸ਼ਬਦ ਗਿਆਨ ਦੇਣਗੇ। ਗਿਆਨ ਵੀ ਹੋਰ ਨਹੀਂ ਕਿਸੇ ਬੰਨੇ ਦੇਣਗੇ, ਗਿਆਨ ਇੱਕੋ ਚੀਜ਼ ਦਾ ਦੇਣਗੇ ਵੀ ਪਰਮੇਸ਼ਰ ਦਾ ਨਾਮ ਜਪੋ, ਕਿਉਂਕਿ ਬਾਬੇ ਨਾਨਕ ਦੀ ਰਹਾਉ ਦੀ ਤੁਕ ਹੈ, ਐਸਾ ਗਿਆਨ ਚਤਰਾਈ ਨਹੀਂ, ਐਸਾ ਗਿਆਨ ਜਪੋ ਮਨ ਮੇਰੇ। ਜਿਉਂ ਜਿਉਂ ਫਿਰ ਇਹ ਸ਼ਬਦ ਅਸੀਂ ਜਪਾਂਗੇ ਆਪਣੇ ਆਪ, ਜਿਹਦੇ ਪਿਛਲੇ ਸਾਡਾ ਗੁਰੂ ਹੈ, ਐਡੀਆਂ ਤਾਕਤਾਂ ਸਾਰੀਆਂ ਗ੍ਰੰਥ ਸਾਹਿਬ ਗਿਆਨ, ਉਹ ਫਿਰ ਤਾਰਾਂ ਜੋੜ ਲੈਂਦਾ ਉਹ ਸਿੱਖ ਨਾਲ, ਉਹਨੂੰ ਫਿਰ ਗਿਆਨ ਭੇਜਣਾ ਸ਼ੁਰੂ ਕਰ ਦਿੰਦਾ। ਗੁਰੂ ਦਾ ਫੰਕਸ਼ਨ ਹੀ ਹੈ। ਤੋ ਸ਼ਬਦ ਦੋ ਕਿਸਮ ਦੇ ਹੈ, ਇੱਕ ਸ਼ਬਦ ਗਿਆਨ ਦੇਗਾ, ਇੱਕ ਸ਼ਬਦ ਜਪਣ ਵਾਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।